किताब झटका प्रकाश। लेखक ਗਿਆਨੀ ਨਰਿੰਜਨ ਸਿੰਘ ਸਰਲ। भाग 7वां। आवाज़ भाई गुरजंट सिंह रूपवाली। ਸਿੰਘਾਂ ਦੇ ਮਾਸ ਖਾਣ ਦੇ ਹੱਕ ਵਿੱਚ ਗੈਰ ਮਤਾਂ ਦੇ ਲਿਖਾਰੀਆਂ ਦੀਆਂ ਗਵਾਹੀਆਂ ਅਤੇ ਸ਼ਿਕਾਰ ਦਾ ਅਸਲ ਪ੍ਰਯੋਜਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਇਤਿਹਾਸਕਾਰਾਂ ਉੱਤੇ ਭਾਈ ਰਣਧੀਰ ਸਿੰਘ ਜੀ ਨੇ ਇਹ ਇਲਜ਼ਾਮ ਲਾਇਆ ਹੈ ਕਿ ਉਹਨਾਂ ਆਪਣੇ ਮਾਸ ਖਾਣ ਦੇ ਲਾਲਚ ਨੂੰ ਮੁੱਖ ਰੱਖ ਕੇ ਇਹ ਸਾਖੀਆਂ ਆਪਣੇ ਕੋਲੋਂ ਬਣਾ ਧਰੀਆਂ ਹਨ, ਪਰ ਗੈਰ ਮਤਾਂ ਦੇ ਅਰ ਵਿਦੇਸ਼ੀ ਲਿਖਾਰੀਆਂ ਉੱਤੇ ਇਹ ਦੋਸ਼ ਨਹੀਂ ਲੱਗ ਸਕਦਾ, ਕਿਉਂਕਿ ਸਿੰਘਾਂ ਦਾ ਮਾਸ ਖਾਣਾ ਸਾਬਤ ਕਰਨ ਨਾਲ ਉਹਨਾਂ ਨੂੰ ਕੋਈ ਲਾਭ ਨਹੀਂ ਸੀ ਪਹੁੰਚਦਾ। ਉਹਨਾਂ ਦਾ ਆਪਣਾ ਧਰਮ ਉਹਨਾਂ ਨੂੰ ਪੂਰਨ ਤੌਰ 'ਤੇ ਮਾਸ ਖਾਣ ਦੀ ਆਗਿਆ ਦਿੰਦਾ ਹੈ। ਉਹਨਾਂ ਲਿਖਾਰੀਆਂ ਵਿੱਚ ਕਈ ਐਸੇ ਵੀ ਹਨ ਜਿਨ੍ਹਾਂ ਨੇ ਆਪਣੇ ਅੱਖੀਂ ਸਿੰਘਾਂ ਨੂੰ ਮਾਸ ਖਾਂਦਿਆਂ ਵੇਖਿਆ ਸੀ। ਇਹ ਰਾਏ ਉਹਨਾਂ ਦੀ ਉਸ ਸਮੇਂ ਦੇ ਸਿੰਘਾਂ ਦੀ ਬਾਬਤ ਹੈ ਜਿਨ੍ਹਾਂ ਦੀਆਂ ਸ਼ਹੀਦੀਆਂ ਤੇ ਕੁਰਬਾਨੀਆਂ ਉੱਤੇ ਅਸੀਂ ਬਹੁਤਾ ਮਾਣ ਕਰਦੇ ਹਾਂ। ਜੇ ਉਹਨਾਂ ਉੱਤੇ ਮਾਸ ਖਾਣ ਕਰਕੇ ਰਾਖਸ਼ ਮਲੇਸ਼ ਹੋਣ ਦਾ ਫਤਵਾ ਲੱਗ ਸਕਦਾ ਹੈ ਤਾਂ ਅਸੀਂ ਇਸ ਪਦਵੀ ਨੂੰ ਬੜੀ ਖੁਸ਼ੀ ਨਾਲ ਪ੍ਰਵਾਨ ਕਰਦੇ ਹਾਂ। ਭਾਈ ਸਾਹਿਬ ਦੀ ਜੁੰਡਲੀ ਇਸ ਦੇਵਤਾਪਣ ਨੂੰ ਸੰਭਾਲੀ ਰੱਖੇ। ਗਵਾਹੀ ਨੰਬਰ 1। ਪਹਿਲੀ ਗਵਾਹੀ ਕਾਜ਼ੀ ਨੂਰ ਮੁਹੰਮਦ ਦੀ ਹੈ। ਜਦੋਂ 1764 ਈਸਵੀ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਹਿੰਦੁਸਤਾਨ ਉੱਤੇ 7ਵਾਂ ਹਮਲਾ ਕੀਤਾ, ਇਹ ਕਾਜ਼ੀ ਉਸ ਦੇ ਨਾਲ ਆਇਆ ਸੀ। ਇਸ ਦੇ ਹੱਥ ਵਿੱਚ ਤਲਵਾਰ ਤੇ ਕਲਮ ਦੋਵੇਂ ਚੀਜ਼ਾਂ ਸਨ ਤੇ ਘੋੜੇ ਤੇ ਅਸਵਾਰ ਹੋ ਕੇ ਜੰਗ ਵਿੱਚ ਜਾਂਦਾ ਸੀ। ਜਦ ਮੁਸਲਮਾਨਾਂ ਤੇ ਸਿੰਘਾਂ ਦੀਆਂ ਬਹਾਦਰੀਆਂ ਵੇਖਦਾ ਸੀ ਤਾਂ ਉਹਨਾਂ ਦੀ ਫਾਰਸੀ ਅੱਖਰਾਂ ਵਿੱਚ ਨਾਲੋਂ ਨਾਲ ਕਵਿਤਾ ਲਿਖੀ ਜਾਂਦਾ ਸੀ। ਉਸ ਦੀ ਕਵਿਤਾ ਵਿੱਚ ਕਈ ਥਾਈਂ ਸਿੰਘਾਂ ਨੂੰ ਖੁੱਕ ਖਾਰੋ ਪਲੀਦ ਅਰਥਾਤ ਸੂਰ ਖਾਣੇ ਪਲੀਤ ਲਿਖਿਆ ਹੈ, ਕਿਉਂਕਿ ਉਸ ਨੂੰ ਸਿੰਘਾਂ ਦੇ ਸੂਰ ਖਾਣ ਦੇ ਸੁਭਾਅ ਦਾ ਚੰਗੀ ਤਰ੍ਹਾਂ ਪਤਾ ਸੀ ਤੇ ਆਪਣੀ ਅੱਖੀਂ ਇਹਨਾਂ ਨੂੰ ਸੂਰ ਦਾ ਮਾਸ ਖਾਂਦਿਆਂ ਵੇਖਿਆ ਸੀ। ਵੇਖੋ ਉਸ ਦਾ ਫਾਰਸੀ ਕਵਿਤਾ ਵਿੱਚ ਲਿਖਿਆ ਹੋਇਆ ਜੰਗਨਾਮਾ। ਕਈ ਸਿੱਖ ਲਿਖਾਰੀਆਂ ਨੇ ਅੱਜ ਕੱਲ੍ਹ ਦੇ ਨਵੇਂ ਇਤਿਹਾਸਾਂ ਵਿੱਚ ਵੀ ਉਸ ਦਾ ਜ਼ਿਕਰ ਕੀਤਾ ਹੈ। ਉਸ ਦਾ ਅਸਲ ਵੀ ਤੇ ਤਰਜਮਾ ਵੀ ਨਾਲ ਲਿਖਿਆ ਮਿਲਦਾ ਹੈ। ਨੰਬਰ 2। ਕਰਨਲ ਪੋਲੀਅਰ ਇੱਕ ਅੰਗਰੇਜ਼ ਸੀ। ਉਸ ਨੇ 22 ਮਈ 1776 ਈਸਵੀ ਮੁਤਾਬਕ 1833 ਬਿਕਰਮੀ ਨੂੰ ਇੱਕ ਰਿਪੋਰਟ ਦਿੱਲੀ ਤੋਂ ਕਰਨਲ ਆਇਰਨ ਸਾਈਡ ਨੂੰ ਬੈਲਗ੍ਰਾਮ ਵਿੱਚ ਭੇਜੀ ਸੀ। ਉਸ ਨੇ ਇਸ ਤਰ੍ਹਾਂ ਲਿਖਿਆ ਹੈ, ਹਰੇਕ ਜ਼ਮੀਂਦਾਰ ਅਟਕ ਤੋਂ ਹਾਂਸੀ ਹਿਸਾਰ ਤੇ ਦਿੱਲੀ ਤੱਕ ਜੋ ਕੇਸ ਰੱਖ ਲੈਂਦਾ ਹੈ, ਵਾਹਿਗੁਰੂ ਦਾ ਨਾਅਰਾ ਮਾਰਦਾ ਹੈ, ਸੂਰ ਦਾ ਮਾਸ ਖਾਂਦਾ ਹੈ, ਹੱਥ ਕੜਾ ਪਾਉਂਦਾ ਹੈ, ਭੰਗ ਪੀਂਦਾ ਤੇ ਤਮਾਕੂ ਪੀਣ ਤੋਂ ਪਰਹੇਜ਼ ਕਰਦਾ ਹੈ, ਆਪਣੇ ਨਾਲ 10 ਜਾਂ ਵਧੇਰੇ ਸਵਾਰ ਜੋੜ ਸਕਦਾ ਹੈ, ਉਹ ਝਟਪਟ ਆਪਣੀ ਸਰਦਾਰੀ ਕਾਇਮ ਕਰ ਲੈਂਦਾ ਹੈ। ਨੰਬਰ 3। ਜਦ ਬੰਦਾ ਸਿੰਘ ਬਹਾਦਰ ਗੁਰਦਾਸ ਨੰਗਲ ਦੇ ਕਿਲ੍ਹੇ ਵਿੱਚ ਘੇਰਿਆ ਗਿਆ ਤਾਂ 8 ਮਹੀਨੇ ਦੇ ਘੇਰੇ ਦੇ ਕਾਰਨ ਸਿੰਘਾਂ ਦਾ ਰਾਸ਼ਨ ਬਿਲਕੁਲ ਮੁੱਕ ਗਿਆ। ਉਹਨਾਂ ਦੇ ਖਾਣ ਨੂੰ ਕੁਝ ਨਾ ਰਹਿ ਗਿਆ ਤਾਂ ਉਹ ਘੋੜੇ, ਖੋਤੇ ਅਤੇ ਡੰਗਰ ਖਾਣ ਲਈ ਮਜਬੂਰ ਹੋ ਗਏ। ਖਾਫੀ ਖਾਂ ਦੇ ਆਧਾਰ ਤੇ ਅਰਵਿੰਦ ਲਿਖਦਾ ਹੈ, ਕਿਉਂਕਿ ਸਿੱਖ ਜ਼ਾਤ ਪਾਤ ਵਿੱਚ ਬਹੁਤੇ ਪੱਕੇ ਨਹੀਂ ਸਨ, ਉਹਨਾਂ ਨੇ ਬਲਦ ਅਤੇ ਦੂਸਰੇ ਡੰਗਰ ਝਟਕਾ ਲਏ, ਪਰ ਉਹਨਾਂ ਪਾਸ ਅੱਗ ਜਲਾਉਣ ਲਈ ਲੱਕੜੀ ਨਹੀਂ ਸੀ, ਇਸ ਲਈ ਉਹ ਕੱਚਾ ਹੀ ਮਾਸ ਖਾ ਗਏ। ਬੰਦਾ ਸਿੰਘ ਬਹਾਦਰ ਰਚਿਤ ਗੰਡਾ ਸਿੰਘ ਕੇਵਲ ਪੰਨਾ 153। ਨੋਟ: ਇਹ ਸਮਾਚਾਰ ਸਰਦਾਰ ਸਾਹਿਬ ਨੇ ਕਾਸਮ ਇਬਰਤਨਾਮਾ ਖਾਫੀ ਖਾਂ ਸਫਾ 163, ਅਰਵਿੰਦ ਸਫਾ 325, ਮੁਖਤਾਰੁਲ ਤਵਾਰੀਖ ਸਫਾ 398 ਤੇ ਕਨਿੰਗਮ ਸਫਾ 93 ਤੋਂ ਲੈ ਕੇ ਲਿਖੇ ਹਨ। ਨੰਬਰ 4। ਹਰੀਰਾਮ ਗੁਪਤਾ ਨੇ 1739 ਤੋਂ 1768 ਈਸਵੀ ਤੱਕ ਦੇ ਸਿੱਖਾਂ ਦੇ ਹਾਲਾਤ ਬੜੀ ਖੋਜ ਨਾਲ ਲਿਖੇ ਹਨ। ਸਿੱਖਾਂ ਦੀ ਖੁਰਾਕ ਬਾਰੇ ਉਹ ਇਸ ਤਰ੍ਹਾਂ ਬਿਆਨ ਕਰਦੇ ਹਨ। ਇਹ ਪੁਸਤਕ ਅੰਗਰੇਜ਼ੀ ਵਿੱਚ ਹੈ, ਇੱਥੇ ਉਸ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ ਗਿਆ ਹੈ। ਬੀਫ ਮੋਟੇ ਮਾਸ ਤੋਂ ਬਿਨਾਂ ਜਾਨਵਰ ਦਾ ਮਾਸ, ਕੁੱਕੜ, ਮੱਛੀ, ਚਾਰ ਪਾਏ ਜਾਨਵਰ ਜੋ ਝਟਕਾਏ ਜਾ ਸਕਣ, ਪਰ ਉਸ ਜਾਨਵਰ ਨੂੰ ਝਟਕਾਉਣ ਦੀ ਲੋੜ ਨਹੀਂ ਜੋ ਸ਼ਿਕਾਰ ਵਿੱਚ ਪੈਰ ਤੇ ਮਾਰਿਆ ਜਾਵੇ। ਪੰਛੀਆਂ ਦੀ ਸਿਰੀ ਮਰੋੜਨੀ, ਪਰ ਜੇ ਉਹ ਉੜਦੇ ਸ਼ਿਕਾਰ ਕੀਤੇ ਜਾਣ ਤਾਂ ਫਿਰ ਸਿਰੀ ਮਰੋੜਨ ਦੀ ਲੋੜ ਨਹੀਂ। ਜੰਗਲੀ ਸੂਰ ਦਾ ਸ਼ਿਕਾਰ ਸਿੱਖਾਂ ਲਈ ਹਰਮਨ ਪਿਆਰਾ ਸੀ ਤੇ ਸਿੱਖ ਅੱਜ ਤੱਕ ਮਾਸ ਦੀ ਵਰਤੋਂ ਦੇ ਸ਼ੌਕੀਨ ਹਨ। ਸਫਾ 299। ਜੇਕਰ ਕੋਈ ਸੱਜਣ ਇਤਨੇ ਸਬੂਤ ਪੇਸ਼ ਕਰਨ ਤੇ ਵੀ ਇਹ ਆਖੀ ਜਾਵੇ ਕਿ ਸਿੱਖ ਇਤਿਹਾਸ ਵਿੱਚੋਂ ਮਾਸ ਦਾ ਵਿਧਾਨ ਨਹੀਂ ਮਿਲਦਾ
ਤਾਂ ਕਿਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਉਸ ਦੀ ਅਕਲ ਟਿਕਾਣੇ ਹੈ। ਆਦਿ ਤੋਂ ਅੰਤ ਤੱਕ ਦਾ ਸਿੱਖ ਇਤਿਹਾਸ ਭਾਈ ਰਣਧੀਰ ਸਿੰਘ ਦੇ ਬਰਖਲਾਫ ਸਰਬਸੰਮਤੀ ਨਾਲ ਡਿਗਰੀ ਕਰਦਾ ਹੈ, ਪਰ ਉਹਨਾਂ ਦੇ ਸਿਰ ਤੋਂ ਪੈਰਾਂ ਤੱਕ ਝੂਠੇ ਮੁਕੱਦਮੇ ਵਿੱਚ ਉਗਾਹੀ ਦੇਣ ਲਈ ਸਿੱਖ ਇਤਿਹਾਸ ਦਾ ਕੋਈ ਪੱਤਰਾ ਨਹੀਂ। ਸ਼ਿਕਾਰ ਦਾ ਅਸਲ ਪ੍ਰਯੋਜਨ। ਭਾਈ ਰਣਧੀਰ ਸਿੰਘ ਨੇ ਬਾਰ-ਬਾਰ ਇਹ ਰੱਟ ਲਗਾਈ ਹੈ ਕਿ ਗੁਰੂਆਂ ਦਾ ਸ਼ਿਕਾਰ ਖੇਡਣ ਦਾ ਪ੍ਰਯੋਜਨ ਜਾਂ ਤਾਂ ਮੋਜੀ ਹਿੰਸਕ ਜਾਨਵਰਾਂ ਦਾ ਮਾਰਨਾ ਸੀ ਤੇ ਜਾਂ ਉਹਨਾਂ ਸਿੱਖਾਂ ਦੀ ਕਲਿਆਣ ਖਾਤਰ ਜਿਹੜੇ ਕਿ ਬੇਕਲਿਆਣੇ ਮਰੇ ਤੇ ਉਹਨਾਂ ਨੇ ਜਾਨਵਰਾਂ ਦੀਆਂ ਜੂਨਾਂ ਪ੍ਰਾਪਤ ਕੀਤੀਆਂ। ਇਸ ਦੀ ਬਾਬਤ ਸਿੱਖ ਇਤਿਹਾਸ ਤੇ ਮਾਸ ਵਾਲੇ ਕਾਂਡ ਵਿੱਚ ਅਸੀਂ ਦੱਸ ਹੀ ਆਏ ਹਾਂ, ਪਰ ਇਸ ਦੀ ਬਾਬਤ ਕੁਝ ਹੋਰ ਰੌਸ਼ਨੀ ਪਾਉਣ ਦੀ ਲੋੜ ਹੈ, ਕਿਉਂਕਿ ਸਿੱਖ ਇਤਿਹਾਸ ਵਿੱਚ ਕੁਝ ਅਜਿਹੀਆਂ ਸਾਖੀਆਂ ਵੀ ਦਰਜ ਹਨ ਜਿਨ੍ਹਾਂ ਤੋਂ ਅਜਿਹਾ ਖਿਆਲ ਪੈਦਾ ਹੋਇਆ। ਉਹਨਾਂ ਦਾ ਵਿਚਾਰ ਵੀ ਪਾਠਕਾਂ ਦੇ ਸਾਹਮਣੇ ਰੱਖਣਾ ਜ਼ਰੂਰੀ ਹੈ। ਨਮੂਨੇ ਮਾਤਰ 2 ਸਾਖੀਆਂ ਅੰਕਿਤ ਕੀਤੀਆਂ ਜਾਂਦੀਆਂ ਹਨ। ਨੰਬਰ 1, ਇੱਕ ਵੇਰ ਗੁਰੂ ਜੀ ਨੇ ਇੱਕ ਘੋਗੜ ਨੂੰ ਤੀਰ ਮਾਰ ਕੇ ਮਾਰ ਸੁੱਟਿਆ ਤਾਂ ਸਿੱਖਾਂ ਪੁੱਛਿਆ ਕਿ ਮਹਾਰਾਜ, ਇਹ ਜਾਨਵਰ ਤਾਂ ਅਪਵਿੱਤਰ ਹੈ, ਇਸ ਦਾ ਮਾਸ ਤਾਂ ਖਾਣ ਦੇ ਕੰਮ ਨਹੀਂ ਆਉਂਦਾ, ਇਸ ਨੂੰ ਤੁਸਾਂ ਕਿਉਂ ਮਾਰਿਆ? ਗੁਰੂ ਜੀ ਨੇ ਆਖਿਆ ਕਿ ਇਹ ਘੋਗੜ ਪਿਛਲੇ ਜਨਮ ਵਿੱਚ ਸਾਡਾ ਸਿੱਖ ਸੀ। ਇਸ ਨੇ ਇੱਕ ਸਿੱਖ ਕੰਨਿਆ ਨੂੰ ਗੰਦੀ ਭਾਵਨਾ ਨਾਲ ਤੱਕਿਆ ਸੀ, ਇਸ ਕਰਕੇ ਘੋਗੜ ਦੀ ਜੂਨੇ ਪਿਆ ਸੀ। ਹੁਣ ਇਸ ਦੀ ਕਰਨੀ ਦਾ ਫਲ ਭੁਗਤਾ ਕੇ ਇਸ ਨੂੰ ਮੁਕਤ ਕਰ ਦਿੱਤਾ ਹੈ। ਜੇ ਸੋਚਿਆ ਜਾਵੇ ਤਾਂ ਇਸ ਸਾਖੀ ਤੋਂ ਹੀ ਮਾਸ ਖਾਣਾ ਸਿੱਧ ਹੋ ਜਾਂਦਾ ਹੈ, ਕਿਉਂਕਿ ਸਿੱਖ ਹਰ ਵੇਲੇ ਵੇਖਦੇ ਸਨ ਕਿ ਗੁਰੂ ਜੀ ਹਮੇਸ਼ਾ ਉਹਨਾਂ ਪੰਛੀਆਂ ਦਾ ਸ਼ਿਕਾਰ ਕਰਦੇ ਸਨ ਜਿਨ੍ਹਾਂ ਦਾ ਮਾਸ ਖਾਣ ਦੇ ਕੰਮ ਆਉਂਦਾ ਸੀ। ਜੇ ਐਸਾ ਨਾ ਹੁੰਦਾ ਤਾਂ ਸ਼ੰਕਾ ਕਰਨ ਦੀ ਲੋੜ ਨਹੀਂ ਸੀ ਪੈਣੀ। ਸਿੱਖ ਆਪੇ ਸਮਝ ਲੈਂਦੇ ਕਿ ਜਿਸ ਤਰ੍ਹਾਂ ਗੁਰੂ ਸਾਹਿਬ ਹਮੇਸ਼ਾ ਜੀਵਾਂ ਦੀ ਕਲਿਆਣ ਵਾਸਤੇ ਸ਼ਿਕਾਰ ਕਰਦੇ ਹਨ, ਇਹ ਵੀ ਉਸੇ ਤਰ੍ਹਾਂ ਦਾ ਹੀ ਹੋਵੇਗਾ। ਨੰਬਰ 2, ਇੱਕ ਵਾਰ ਗੁਰੂ ਜੀ ਨੇ ਇੱਕ ਤਿੱਤਰ ਫੜਿਆ ਤੇ ਉਸ ਨੂੰ ਆਪਣੇ ਹੱਥਾਂ ਵਿੱਚ ਫੜ ਕੇ ਬਾਜ ਤੋਂ ਤੁੜਵਾ ਰਹੇ ਸਨ। ਸਿੱਖਾਂ ਹੈਰਾਨ ਹੋ ਕੇ ਪੁੱਛਿਆ ਕਿ ਮਹਾਰਾਜ, ਆਪ ਇਸ ਤਿੱਤਰ ਨੂੰ ਇਸ ਤਰ੍ਹਾਂ ਕਿਉਂ ਤੁੜਵਾ ਰਹੇ ਹੋ? ਗੁਰੂ ਜੀ ਨੇ ਕਿਹਾ ਕਿ ਇਹ ਤਿੱਤਰ ਤੇ ਬਾਜ ਪਿਛਲੇ ਜਨਮ ਵਿੱਚ ਸਾਡੇ ਸਿੱਖ ਸਨ। ਇਸ ਤਿੱਤਰ ਸਿੱਖ ਨੇ ਸਾਡੇ ਬਾਜ ਸਿੱਖ ਕੋਲੋਂ ਗੁਰੂ ਨੂੰ ਜਾਮਨ ਦੇ ਕੇ ਕਰਜ਼ਾ ਲਿਆ ਤੇ ਫਿਰ ਮੁੱਕਰ ਗਿਆ ਸੀ, ਇਸ ਲਈ ਅੱਜ ਅਸੀਂ ਆਪਣੀ ਜਾਮਨੀ ਭੁਗਤਾ ਰਹੇ ਹਾਂ। ਇੱਥੇ ਵੀ ਸਿੱਖਾਂ ਦਾ ਹੈਰਾਨ ਹੋਣਾ ਦੱਸਦਾ ਹੈ ਕਿ ਅੱਗੇ ਜਿਹੜੇ ਜਾਨਵਰ ਮਾਰਦੇ ਸਨ ਉਹਨਾਂ ਨਾਲ ਇਸ ਤਰ੍ਹਾਂ ਨਹੀਂ ਸੀ ਹੁੰਦੀ, ਕਿਉਂਕਿ ਉਹ ਬਹੁਤ ਸਾਰੀ ਗਿਣਤੀ ਵਿੱਚ ਮਾਰੇ ਜਾਂਦੇ ਸਨ ਤੇ ਸਿੱਧੇ ਲੰਗਰ ਵਿੱਚ ਪਹੁੰਚਦੇ ਸਨ। ਇੱਥੇ ਵੀ ਉਚੇਚੀ ਸ਼ੰਕਾ ਕਰਨੀ ਪਹਿਲੇ ਵਾਲੀ ਗੱਲ ਹੈ। ਭਾਈ ਸਾਹਿਬ ਨੇ ਅਜਿਹੀਆਂ ਕੁਝ ਕੁ ਸਾਖੀਆਂ ਦੇ ਆਧਾਰ ਤੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਦਾ ਸ਼ਿਕਾਰ ਖੇਡਣ ਦਾ ਮਨੋਰਥ ਬੇਕਲਿਆਣੇ ਸਿੱਖਾਂ ਦੀ ਕਲਿਆਣ ਕਰਨਾ ਸੀ। ਭਾਈ ਜੀ ਦਾ ਇਹ ਕਥਨ ਉੱਕਾ ਹੀ ਨਿਰਮੂਲ ਹੈ। ਇਹ ਗੱਲ ਤਾਂ ਉਸੇ ਤਰ੍ਹਾਂ ਦੀ ਹੈ ਜਿਵੇਂ ਕੋਈ ਆਦਮੀ ਕਿਸੇ ਵੱਡੇ ਸ਼ਹਿਰ ਵੱਲ ਮੁਕੱਦਮਾ ਭੁਗਤਣ ਜਾਂ ਤੀਰਥ ਯਾਤਰਾ ਲਈ ਜਾ ਰਿਹਾ ਹੋਵੇ ਤਾਂ ਰਾਹ ਉੱਤੇ ਕੋਈ ਆਦਮੀ ਪੱਠਿਆਂ ਦੀ ਪੰਡ ਸੁੱਟ ਕੇ ਬੈਠਾ ਹੋਵੇ, ਉਹ ਰਾਹੀ ਜਾਂਦਾ ਜਾਂਦਾ ਉਸ ਦੇ ਸਿਰ ਤੇ ਪੰਡ ਚੁਕਾ ਦੇਵੇ, ਤੇ ਜੇ ਉਹ ਪੰਡ ਚੁੱਕਣ ਵਾਲਾ ਇਹੋ ਸਮਝ ਲਵੇ ਕਿ ਇਸ ਦਾ ਪ੍ਰੋਗਰਾਮ ਲੋਕਾਂ ਨੂੰ ਪੰਡਾਂ ਚੁਕਾਉਂਦੇ ਫਿਰਨਾ ਹੈ ਤਾਂ ਇਹ ਉਸ ਦੀ ਅਗਿਆਨਤਾ ਦਾ ਸੂਚਕ ਹੈ। ਇਸੇ ਤਰ੍ਹਾਂ ਗੁਰੂ ਜੀ ਦਾ ਸ਼ਿਕਾਰ ਦਾ ਪ੍ਰੋਗਰਾਮ ਕੇਵਲ ਬੇਕਲਿਆਣੇ ਸਿੱਖਾਂ ਦੀ ਕਲਿਆਣ ਕਰਨ ਦੇ ਨਿਮਿਤ ਸਮਝ ਲੈਣਾ ਬੜੀ ਘਟੀਆ ਗੱਲ ਹੈ। ਇਹ ਤਾਂ ਕੇਵਲ ਬਾਈ ਚਾਂਸ ਘਟਨਾ ਸੀ, ਮੁੱਖ ਪ੍ਰਯੋਜਨ ਨਹੀਂ ਸੀ। ਗੁਰੂ ਜੀ ਸੈਂਕੜੇ ਸਿੰਘਾਂ ਨੂੰ ਲੈ ਕੇ ਤੇ ਰਣਜੀਤ ਨਗਾਰੇ ਤੇ ਚੋਟ ਮਾਰ ਕੇ ਹਰ ਰੋਜ਼ ਸ਼ਿਕਾਰ ਚੜ੍ਹਦੇ ਸਨ। ਕੁੱਤੇ, ਚਿੱਤਰੇ, ਬਾਜ, ਚਰਗ, ਬਾਛੇ, ਲੱਗੜ, ਝੱਗੜ, ਕੂਈਆਂ ਤੇ ਸ਼ਿਕਰੇ ਆਦਿਕ ਅਨੇਕਾਂ ਸ਼ਿਕਾਰੀ ਜਾਨਵਰਾਂ ਨੂੰ ਨਾਲ ਲੈ ਕੇ ਜਾਂਦੇ ਸਨ। ਇਸ ਤਰ੍ਹਾਂ ਸੈਂਕੜੇ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਖਾਣਯੋਗ ਛੋਟੇ ਵੱਡੇ ਜਾਨਵਰ ਮਾਰੇ ਜਾਂਦੇ ਸਨ, ਜਿਨ੍ਹਾਂ ਦੇ ਨਾਲ ਬਹੁਤ ਸਾਰੇ ਘੋੜੇ ਲੱਦੇ ਚਲੇ ਆਉਂਦੇ ਸਨ। ਸ਼ਿਕਾਰ ਕੀਤੇ ਉਹਨਾਂ ਜਾਨਵਰਾਂ ਦੇ ਮਾਸ ਨਾਲ ਵੱਡੇ ਵੱਡੇ ਜੱਗ ਕੀਤੇ ਜਾਂਦੇ ਸਨ। ਇਹ ਸਾਰੀ ਗੱਲ ਅਸੀਂ ਸਿੱਖ ਇਤਿਹਾਸ ਤੇ ਮਾਸ ਦੇ ਸਿਰਲੇਖ ਹੇਠ ਸਿੱਧ ਕਰ ਆਏ ਹਾਂ। ਸੋ ਹੁਣ ਗੁਰੂ ਜੀ ਦਾ ਸ਼ਿਕਾਰ ਖੇਡਣ ਦਾ ਮੁੱਖ ਪ੍ਰਯੋਜਨ ਆਪ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਹੈ। ਗੁਰੂ ਜੀ ਦਾ ਜਨਮ ਧਰਮ ਚਲਾਵਣ ਤੇ ਸੰਤ ਉਬਾਰਨ ਦੀ ਖਾਤਰ ਹੋਇਆ ਸੀ। ਉਸ ਵੇਲੇ ਮੁਗਲ ਬਾਦਸ਼ਾਹਾਂ ਵੱਲੋਂ ਜੋ ਜ਼ੁਲਮ ਇੱਥੇ ਹੋ ਰਹੇ ਸਨ ਉਹਨਾਂ ਦਾ ਸਭ ਨੂੰ ਪਤਾ ਹੈ। ਗੁਰੂ ਜੀ ਦਾ ਮਨੋਰਥ ਉਸ ਵੇਲੇ ਦੀ ਜ਼ਾਲਮ ਹਕੂਮਤ ਦੇ ਟਾਕਰੇ ਤੇ ਫੌਜਾਂ ਤਿਆਰ ਕਰਨਾ ਸੀ। ਬੇਕਲਿਆਣੇ ਜੀਵਾਂ ਦੀ ਕਲਿਆਣ ਤਾਂ
ਦੁਨੀ ਚੰਦ ਖੱਤਰੀ ਦੇ ਪਿਓ ਵਾਂਗੂ ਜੋ ਬਘਿਆੜ ਦੀ ਜੂਨੇ ਪਿਆ ਹੋਇਆ ਸੀ, ਸੀਤ ਪ੍ਰਸਾਦ ਛਕਾ ਕੇ ਵੀ ਹੋ ਸਕਦੀ ਸੀ। ਗੁਰੂ ਜੀ ਦਾ ਐਡਾ ਵੱਡਾ ਅਡੰਬਰ ਇੱਕ ਛੋਟੀ ਜੀ ਗੱਲ ਪਿੱਛੇ ਅਰੰਭਿਆ ਸਾਬਤ ਕਰਨਾ ਤਾਂ ਗੁਰੂ ਜੀ ਦੀ ਵਡਿਆਈ ਨੂੰ ਘਟਾਉਣਾ ਹੈ। ਇਹ ਤਾਂ ਜਾਣੇ ਉਸਤਤ ਔਰ ਕਰਤ ਹੈ ਨਿੰਦਾ ਮੂੜ, ਐਸੇ ਹੀ ਅਰਾਧਬੇ ਤੇ ਮੌਨ ਸੁਖਦਾਈ ਵਾਲੀ ਗੱਲ ਹੈ। ਮੈਂ ਤਾਂ ਕਹਿੰਦਾ ਹਾਂ, ਗੁਰੂ ਜੀ ਦਾ ਸ਼ਿਕਾਰ ਖੇਡਣ ਦਾ ਮੁੱਖ ਪ੍ਰਯੋਜਨ ਸਿੱਖ ਫੌਜਾਂ ਨੂੰ ਯੁੱਧ ਵਿਦਿਆ ਸਿਖਲਾਉਣੀ ਸੀ। ਇਹ ਪ੍ਰੋਗਰਾਮ ਉਹਨਾਂ ਨੇ ਉਸ ਵੇਲੇ ਬਣਾਇਆ ਜਦੋਂ ਕਿ ਤੂੰ ਕਰ ਅਜ ਹਮਾ ਹੀਲ ਤੇ ਦਰ ਗੁਜਸ਼ਤ ਹਲਾਲ ਅਸਤ ਬੁਰਦਮਬਾ ਸ਼ਮਸ਼ੀਰ ਦਸਤ ਵਾਲੀ ਹਾਲਤ ਆ ਪੁੱਜੀ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੰਗੀ ਪ੍ਰੋਗਰਾਮ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੇ ਬਾਅਦ ਵਿੱਚ ਬਣਿਆ। ਉਸ ਵੇਲੇ ਜਿਸ ਕਿਸਮ ਦੀਆਂ ਲੜਾਈਆਂ ਹੁੰਦੀਆਂ ਸਨ, ਉਹਨਾਂ ਦੇ ਅਭਿਆਸ ਲਈ ਸ਼ਿਕਾਰ ਖੇਡਣਾ ਅਤੀ ਜ਼ਰੂਰੀ ਸੀ, ਕਿਉਂਕਿ ਜੰਗ ਵਿੱਚ ਕਈ ਵਾਰ ਦੁਸ਼ਮਣ ਦੇ ਪਿੱਛੇ ਤੇ ਕਦੇ ਅੱਗੇ ਕੋਹਾਂ ਤੱਕ ਦੌੜਨਾ ਪੈਂਦਾ ਸੀ। ਜਿਸ ਫੌਜ ਦਾ ਦਮ ਪੱਕਾ ਹੋਇਆ ਹੋਵੇ, ਕਾਮਯਾਬੀ ਉਸੇ ਦੀ ਹੀ ਹੋ ਸਕਦੀ ਹੈ। ਛੇਤੀ ਥੱਕ ਜਾਣ ਵਾਲੀ ਸੈਨਾ ਨਾ ਤੇ ਭੱਜ ਜਾਣ ਵਾਲੇ ਵੈਰੀ ਨੂੰ ਮਿਲ ਕੇ ਮਾਰ ਸਕਦੀ ਹੈ ਤੇ ਨਾ ਖਤਰੇ ਵੇਲੇ ਭੱਜ ਕੇ ਆਪਣੀ ਜਾਨ ਬਚਾ ਸਕਦੀ ਹੈ। ਇਹ ਦੋਵੇਂ ਗੱਲਾਂ ਹਰ ਹਾਲਤ ਵਿੱਚ ਪੇਸ਼ ਆਉਂਦੀਆਂ ਹਨ। ਸ਼ਿਕਾਰੀ ਸਾਰਾ ਦਿਨ ਹਰਨਾਂ, ਸ਼ਹਿਆਂ, ਪੰਛੀਆਂ ਦੇ ਪਿੱਛੇ ਦੌੜਾਂ ਕੱਢਦੇ ਫਿਰਦੇ ਹਨ। ਨੱਸਦਿਆਂ ਭੱਜਦਿਆਂ ਉਹਨਾਂ ਦਾ ਸਾਹ ਨਾਲ ਸਾਹ ਨਹੀਂ ਰਲਦਾ। ਭੁੱਖੇ ਤੇ ਆਏ ਜਫਰੇ ਜਾਲਦੇ ਰਹਿੰਦੇ ਹਨ। ਰੋਜ਼ ਦੀਆਂ ਦੌੜਾਂ ਉਹਨਾਂ ਦਾ ਦਮ ਪਕਾ ਦਿੰਦੀਆਂ ਹਨ। ਇਹ ਕਸਰਤ ਉਹਨਾਂ ਦੀਆਂ ਲੱਤਾਂ ਵਿੱਚ ਬਹੁਤ ਬਲ ਪੈਦਾ ਕਰ ਦਿੰਦੀ ਹੈ। ਫਿਰ ਨਾ ਤਾਂ ਉਹਨਾਂ ਦੀਆਂ ਲੱਤਾਂ ਫੁੱਲਦੀਆਂ ਹਨ ਤੇ ਨਾ ਹੀ ਖਲੀਆਂ ਹੀ ਪੈਂਦੀਆਂ ਹਨ। ਜੰਗਾਂ ਯੁੱਧਾਂ ਵਿੱਚ ਵਾਪਰਨ ਵਾਲੀ ਭੁੱਖ ਤੇ ਦਾ ਮੁਕਾਬਲਾ ਕਰਨਾ ਵੀ ਆ ਜਾਂਦਾ ਹੈ। ਦੂਜਾ ਫਾਇਦਾ ਉਹਨਾਂ ਨੂੰ ਇਹ ਪਹੁੰਚਦਾ ਹੈ ਕਿ ਇਸ ਕੰਮ ਤੋਂ ਉਹਨਾਂ ਨੂੰ ਮਾਸ ਵਰਗੀ ਸਵਾਦੀ ਅਰ ਬਲ ਵਾਲੀ ਖੁਰਾਕ ਪ੍ਰਾਪਤ ਹੁੰਦੀ ਹੈ। ਇਹ ਆਸ ਉਹਨਾਂ ਨੂੰ ਹੌਸਲਾ ਬਣਾਈ ਰੱਖਦੀ ਹੈ। ਇੱਕ ਪੰਥ ਤੇ ਦੋ ਕਾਜ ਹੋ ਜਾਂਦੇ ਹਨ। ਸ਼ਿਕਾਰ ਖੇਡਣ ਨਾਲ ਨਿਸ਼ਾਨਾ ਵੀ ਪੱਕਦਾ ਹੈ। ਜੰਗ ਵਿੱਚ ਦੁਸ਼ਮਣ ਕੋਈ ਸੜਕਾਂ ਉੱਤੇ ਲੱਗੇ ਮੀਲਾਂ ਜਾਂ ਰੁੱਖਾਂ ਵਾਂਗ ਧਰਤੀ ਵਿੱਚ ਗੱਡਿਆ ਹੋਇਆ ਨਹੀਂ ਹੁੰਦਾ। ਉੱਥੇ ਤਾਂ ਘੋੜੇ ਸਰਪੱਟ ਦੌੜਦੇ ਫਿਰਦੇ ਹਨ। ਸਿਪਾਹੀ ਜੁਲਾਏ ਦੀ ਨਾਲ ਦੀ ਤਰ੍ਹਾਂ ਇੱਧਰ ਉੱਧਰ ਭੌਂਦੇ ਰਹਿੰਦੇ ਹਨ। ਇਉਂ ਜਾਪਦਾ ਹੈ ਕਿ ਉਹਨਾਂ ਵਿੱਚ ਕੋਈ ਬਿਜਲੀ ਦੀ ਸ਼ਕਤੀ ਆ ਗਈ ਹੈ। ਐਸੀ ਹਾਲਤ ਵਿੱਚ ਉਹ ਹੀ ਕਾਮਯਾਬ ਹੋ ਸਕਦਾ ਹੈ ਜਿਸ ਨੇ ਭੱਜਦੇ ਹਿਰਨਾਂ ਅਤੇ ਉੜਦੇ ਪੰਛੀਆਂ ਨੂੰ ਨਿਸ਼ਾਨਾ ਕਰਕੇ ਵੇਖਿਆ ਹੋਵੇ। ਅਜਿਹੀ ਸਿੱਖਿਆ ਜਾਨਵਰਾਂ ਨੂੰ ਨਿਸ਼ਾਨਾ ਬਣਾ ਕੇ ਹੀ ਆ ਸਕਦੀ ਸੀ। ਐਸਾ ਕਦੇ ਨਹੀਂ ਹੋ ਸਕਦਾ ਕਿ ਅਜਿਹੀ ਸਿੱਖਿਆ ਆਪਣੇ ਘਰ ਦੇ ਬੰਦਿਆਂ ਜਾਂ ਘੋੜੇ ਆਦਿਕ ਜਾਨਵਰਾਂ ਨੂੰ ਮਾਰ ਕੇ ਦਿੱਤੀ ਜਾਵੇ। ਸ਼ਿਕਾਰ ਵਿੱਚ ਘੋੜਿਆਂ ਉੱਤੇ ਚੜ੍ਹ ਕੇ ਵੀ ਜਾਇਆ ਜਾਂਦਾ ਸੀ। ਇਸ ਤਰ੍ਹਾਂ ਘੋੜਿਆਂ ਦੇ ਵੀ ਦਮ ਪੱਕਦੇ ਸਨ। ਜਦ ਬਲੀ ਹਿਰਨ ਅੱਗੇ ਨੱਸਦੇ ਸਨ ਤਾਂ ਦਮ ਪੱਕੇ ਵਾਲੇ ਘੋੜੇ ਹੀ ਉਹਨਾਂ ਦਾ ਪਿੱਛਾ ਕਰ ਸਕਦੇ ਸਨ। ਸਵਾਰਾਂ ਦੀ ਸਵਾਰੀ ਵੀ ਪੱਕਦੀ ਸੀ। ਉਹਨਾਂ ਨੂੰ ਸਮਝ ਆ ਜਾਂਦੀ ਸੀ ਕਿ ਘੋੜੇ ਤੇ ਚੜੇ ਚੜਾਏ ਦੌੜਦੇ ਹਿਰਨ ਨੂੰ ਵਰਸ਼ਾ ਕਿਵੇਂ ਮਾਰਨਾ ਹੈ ਤੇ ਉਸ ਦਾ ਸਿਰ ਤਲਵਾਰ ਨਾਲ ਕਿਵੇਂ ਉਡਾਉਣਾ ਹੈ। ਜਿਸ ਨੂੰ ਐਸੀ ਸਿੱਖਿਆ ਨਹੀਂ, ਉਹ ਘੋੜ ਸਵਾਰ ਵੈਰੀ ਦਾ ਸਿਰ ਕਿਵੇਂ ਲਾਹ ਸਕਦਾ ਹੈ। ਭਾਈ ਗੁਰਦਾਸ ਜੀ ਨੇ ਆਪਣੀ ਬਾਣੀ ਵਿੱਚ ਕੁੱਤੇ ਰੱਖ ਸ਼ਿਕਾਰ ਖਿਲਾਇਆ ਲਿਖਿਆ ਹੈ। ਇਹ ਸ਼ਿਕਾਰ ਖਿਡਾਉਣ ਵਾਲਾ ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰਉਪਕਾਰੀ ਛੇਵਾਂ ਗੁਰੂ ਹੀ ਸੀ। ਉਹਨਾਂ ਦੀ ਹਰ ਇੱਕ ਤਸਵੀਰ ਵਿੱਚ ਉਹਨਾਂ ਦੇ ਹੱਥ ਉੱਤੇ ਬਾਜ਼ ਦਿਖਾਇਆ ਗਿਆ ਹੈ। ਜਿਸ ਤਰ੍ਹਾਂ ਕੁੱਤਿਆਂ ਦਾ ਕੰਮ ਧਰਤੀ ਉੱਤੇ ਫਿਰਨ ਵਾਲੇ ਜਾਨਵਰਾਂ ਸਹੇ, ਹਰਨ ਅਤੇ ਸੂਰ ਆਦਿਕ ਨੂੰ ਪਕੜਨਾ ਹੈ, ਇਸੇ ਤਰ੍ਹਾਂ ਆਕਾਸ਼ ਵਿੱਚ ਉੱਡਣ ਵਾਲੇ ਤਿੱਤਰ ਬਟੇਰੇ, ਪਟਿੱਟਰ ਤੇ ਕੂੰਜ ਆਦਿਕ ਵਾਸਤੇ ਬਾਜ਼ ਛੱਡੇ ਜਾਂਦੇ ਸਨ। ਕੁੱਤੇ ਤੇ ਬਾਜ਼ ਸ਼ੇਰਾਂ ਦਾ ਸ਼ਿਕਾਰ ਕਰਨ ਵਾਸਤੇ ਨਹੀਂ ਸਨ। ਇੱਥੇ ਆ ਕੇ ਕੇਵਲ ਦਰਿੰਦੇ ਜਾਨਵਰਾਂ ਦੇ ਮਾਰਨ ਦਾ ਸਿਧਾਂਤ ਉੱਡ-ਪੁੱਡ ਜਾਂਦਾ ਹੈ, ਕਿਉਂਕਿ ਇਹ ਜਾਨਵਰ ਨਾ ਦਰਿੰਦੇ ਹਨ ਤੇ ਨਾ ਮੋਜੀ। ਗੁਰੂ ਦਸ਼ਮੇਸ਼ ਜੀ ਨੇ ਆਪਣੀ ਪਵਿੱਤਰ ਕਲਮ ਨਾਲ ਭਾਂਤ ਬਨ ਖੇਲ ਸ਼ਿਕਾਰਾ ਮਾਰੋ ਰੀਝ ਰੋਜ਼ ਚੰਖਾਰਾ ਲਿਖਿਆ ਹੈ। ਭਾਈ ਸਾਹਿਬ ਨੇ ਇਸ ਦੀ ਮਾਰ ਤੋਂ ਬਚਣ ਲਈ ਇਹ ਲਿਖ ਮਾਰਿਆ ਹੈ ਕਿ ਇਹ ਦਰਿੰਦੇ ਅਰ ਮੂਜੀ ਜਾਨਵਰ ਸਨ। ਇੱਥੇ ਹੁਣ ਮੈਂ ਵੀ ਭਾਈ ਸਾਹਿਬ ਵਾਂਗ ਛਾਤੀ ਥਾਪੜ ਕੇ ਕਹਿੰਦਾ ਹਾਂ ਕਿ ਰੋਜ਼ ਤੇ ਚੰਖਾਰ ਦੋਵੇਂ ਹਿੰਸਕ ਖੂਨੀ ਜਾਨਵਰ ਨਹੀਂ ਹਨ। ਮੈਂ ਇਸ ਦੇ ਮੁਤਲਕ ਵੱਡੀ ਤੋਂ ਵੱਡੀ ਸ਼ਰਤ ਰੱਖਣ ਨੂੰ ਤਿਆਰ ਹਾਂ ਤੇ ਚੈਲੰਜ ਕਰਦਾ ਹਾਂ ਕਿ ਕੋਈ ਉਹਨਾਂ ਦਾ ਪੈਰੋਕਾਰ ਉਹਨਾਂ ਦੀ ਇਸ ਲਿਖਤ ਅਨੁਸਾਰ ਇਹ ਸਾਬਤ ਕਰ ਦੇਵੇ ਕਿ ਰੋਜ਼ ਤੇ ਚੰਖਾਰ ਮੂਜੀ ਜਾਨਵਰ ਹਨ
ਤਾਂ ਮੈਂ ਉਸ ਨੂੰ 100 ਰੁਪਇਆ ਇਨਾਮ ਦਿਆਂਗਾ। ਪਰ ਜੋ ਇਹ ਇਨਾਮ ਲੈਣਾ ਚਾਹੇ ਉਹ ਪਹਿਲੋਂ ਆਪਣੇ ਪੱਲੇ ਵੀ 100 ਰੁਪਇਆ ਬੰਨ੍ਹ ਕੇ ਆਵੇ, ਕਿਉਂਕਿ ਝੂਠਾ ਹੋਣ ਦੀ ਹਾਲਤ ਵਿੱਚ ਉਸ ਉੱਤੇ ਵੀ 100 ਭਰਨ ਦੀ ਸ਼ਰਤ ਹੈ। ਇਹ ਦੋਵੇਂ ਜਾਨਵਰ ਹਿੰਸਕ ਨਹੀਂ ਹਨ। ਇਹ ਮਾਸ ਨਹੀਂ ਖਾਂਦੇ, ਸਗੋਂ ਇਹਨਾਂ ਦਾ ਮਾਸ ਆਦਮੀ ਖਾਂਦੇ ਹਨ। ਇਹ ਸਿਰਫ ਘਾਸ ਫੂਸ ਤੇ ਖੇਤੀਆਂ ਹੀ ਖਾਂਦੇ ਹਨ। ਇੱਥੇ ਆ ਕੇ ਉਹਨਾਂ ਦੀ ਇਹ ਪ੍ਰਤੱਗਿਆ ਚਕਨਾਚੂਰ ਹੋ ਜਾਂਦੀ ਹੈ। ਹੋਰ ਸਾਰੀ ਬਹਿਸ ਨੂੰ ਛੱਡ ਕੇ ਇਸ ਇੱਕ ਗੱਲ ਨੂੰ ਸਹੀ ਤੁਰਾ ਮੰਨ ਲਓ, ਜਦ ਤੱਕ ਇਹ ਜਾਨਵਰ ਹਿੰਸਕ ਸਾਬਤ ਨਹੀਂ ਹੁੰਦੇ ਉਹਨਾਂ ਚਿਰ ਮਾਸ ਖਾਣ ਲਈ ਸ਼ਿਕਾਰ ਖੇਡੇ ਜਾਣ ਦੇ ਸਿਧਾਂਤ ਨੂੰ ਖੰਡਨ ਨਹੀਂ ਕੀਤਾ ਜਾ ਸਕਦਾ। ਜਾਂ ਕੋਈ ਸੱਜਣ ਇਹ ਸਾਬਤ ਕਰੇ ਕਿ ਜਿਹੜੇ ਰੋਜ਼ ਤੇ ਚੰਖਾਰ ਮਾਰੇ ਗਏ ਸਨ ਉਹ ਕਿਹੜੇ ਬੇਕਲਿਆਣੇ ਸਿੱਖ ਦਾ ਅਵਤਾਰ ਧਾਰ ਕੇ ਆਏ ਹੋਏ ਸਨ, ਤੇ ਨਾਲੇ ਸਾਬਤ ਵੀ ਕਰਨ ਕਿ ਉੱਪਰ ਕਥਨ ਕੀਤੀਆਂ ਅਨੇਕ ਇਤਿਹਾਸਕ ਸਾਖੀਆਂ ਜਿਨ੍ਹਾਂ ਤੋਂ ਸਤਿਗੁਰਾਂ ਅਤੇ ਉਹਨਾਂ ਦੇ ਸਿੱਖਾਂ ਦਾ ਮਹਾਪ੍ਰਸਾਦ ਛਕਣਾ ਸਿੱਧ ਹੁੰਦਾ ਹੈ, ਤੋਂ ਇਹ ਆਖ ਕੇ ਇਨਕਾਰ ਕਰਦੇ ਹਨ ਕਿ ਉਹ ਸਭ ਕੂੜ ਦਾ ਪਸਾਰਾ ਹੀ ਹਨ। ਨੋਟ: ਭਾਈ ਜੀ ਦਾ ਇਹ ਇਤਰਾਜ਼ ਕਿ ਕੁੱਕੜਾਂ ਕਬੂਤਰਾਂ ਤੇ ਕੀਤੀ ਜੀ ਦਇਆ ਬਿਨ ਪਰਉਪਕਾਰ ਨਹੀਂ ਹੋ ਸਕਦਾ, ਕਿਤਨੀ ਬੇਥਵੀ ਗੱਲ ਹੈ। ਇੱਥੇ ਹੁਣ ਜਾਂ ਤੇ ਭਾਈ ਗੁਰਦਾਸ ਜੀ ਨੂੰ ਝੂਠਾ ਮੰਨਣਾ ਪਵੇਗਾ ਤੇ ਜਾਂ ਭਾਈ ਰਣਧੀਰ ਸਿੰਘ ਨੂੰ। ਪਰ ਜਿਨ੍ਹਾਂ ਵਿੱਚ ਕੁਝ ਜੀਵਾਂ ਦਾ ਕਲਿਆਣ ਕਰਨਾ ਲਿਖਿਆ ਹੋਇਆ ਹੈ ਉਹਨਾਂ ਦੇ ਇਸ ਹਿੱਸੇ ਨੂੰ ਠੀਕ ਮੰਨ ਲੈਂਦੇ ਹਨ ਤੇ ਦੂਜੀਆਂ ਨੂੰ ਇਹ ਆਖ ਕੇ ਰੱਦ ਕਰਦੇ ਹਨ ਕਿ ਉਹ ਗੁਰਬਾਣੀ ਦੀ ਕਸੌਟੀ ਉੱਤੇ ਪੂਰੀਆਂ ਨਹੀਂ ਉਤਰਦੀਆਂ। ਪਰ ਅਸੀਂ ਹੁਣ ਉਹਨਾਂ ਦੇ ਸੈਂਕੜਿਆਂ ਦੀ ਗਿਣਤੀ ਵਿੱਚ ਜਿਉਂਦੇ ਜਾਗਦੇ ਪੈਰੋਕਾਰਾਂ ਨੂੰ ਪੁੱਛਾਂਗੇ ਕਿ ਕੀ ਤੁਸੀਂ ਬਚਿੱਤਰ ਨਾਟਕ ਨੂੰ ਗੁਰਬਾਣੀ ਮੰਨਦੇ ਹੋ ਜਾਂ ਨਹੀਂ। ਹੋਰ ਭਾਈ ਗੁਰਦਾਸ ਦੀ ਬਾਣੀ, ਜਿਸ ਨੂੰ ਗੁਰਬਾਣੀ ਦੀ ਕੁੰਜੀ ਹੋਣ ਦਾ ਵਰ ਪ੍ਰਾਪਤ ਹੈ ਤੇ ਜਿਸ ਨੂੰ ਸਾਰੇ ਸਿੱਖ ਅਜੇ ਤੱਕ ਸੁੱਤੇ ਪ੍ਰਮਾਣ ਮੰਨਦੇ ਹਨ, ਦੀ ਬਾਬਤ ਆਪ ਦਾ ਕੀ ਖਿਆਲ ਹੈ? ਕਿਉਂਕਿ ਇਹਨਾਂ ਵਿੱਚ ਗੁਰੂਆਂ ਦਾ ਸ਼ਿਕਾਰ ਖੇਡਣਾ ਪ੍ਰਤੱਖ ਹੈ। ਸ਼ਿਕਾਰ ਖੇਡਣ ਦਾ ਜੋ ਪ੍ਰਯੋਜਨ ਸ਼ਿਕਾਰੀਆਂ ਦਾ ਹੁੰਦਾ ਹੈ ਉਸ ਨੂੰ ਸਾਰੀ ਦੁਨੀਆ ਜਾਣਦੀ ਹੈ। ਕਿਸੇ ਸ਼ਿਕਾਰੀ ਦਾ ਇਹ ਕਦੇ ਪ੍ਰਯੋਜਨ ਨਹੀਂ ਹੋਇਆ ਕਿ ਉਸ ਨੇ ਜੀਆਂ ਦੀ ਮੁਕਤੀ ਵਾਸਤੇ ਸ਼ਿਕਾਰ ਖੇਡਿਆ ਹੈ। ਅਸਾਂ ਇਸ ਕਾਂਡ ਵਿੱਚ ਇਸ ਦਾ ਸਵਿਸਥਾਰ ਵਰਣਨ ਕਰ ਦਿੱਤਾ ਹੈ। ਜੇ ਉਹਨਾਂ ਦਾ ਇਹ ਹੱਕ ਹੈ ਕਿ ਉਹ ਉਪਰੋਕਤ ਸਾਰੇ ਇਤਿਹਾਸਕ ਪ੍ਰਮਾਣਾਂ ਤੋਂ ਮੁੱਕਰ ਜਾਣ, ਫਿਰ ਸਾਨੂੰ ਵੀ ਹੱਕ ਹੈ ਕਿ ਉਹਨਾਂ ਦੇ ਕਲਿਆਣ ਵਾਲੇ ਹਿੱਸੇ ਨੂੰ ਗਲਤ ਆਖ ਦਈਏ ਤੇ ਇਸ ਦਾ ਫੈਸਲਾ ਲੈਣ ਲਈ ਭਾਈ ਗੁਰਦਾਸ ਜੀ ਤੇ ਗੁਰੂ ਕਲਗੀਧਰ ਦੀ ਅਦਾਲਤ ਵਿੱਚ ਕੇਸ ਪੇਸ਼ ਕਰੀਏ ਤੇ ਇਹ ਪੁੱਛੀਏ ਕਿ ਸ਼ਿਕਾਰੀ ਕਿਸ ਪ੍ਰਯੋਜਨ ਲਈ ਸ਼ਿਕਾਰ ਖੇਡਦੇ ਹਨ। ਗੁਰੂ ਜੀ ਨੇ ਜਿੱਥੇ ਖੰਡੇ ਦਾ ਅੰਮ੍ਰਿਤ ਛਕਾ ਕੇ ਸਿੱਖਾਂ ਦੇ ਦਿਲੋਂ ਦਿਮਾਗ ਵਿੱਚੋਂ ਕਮਜ਼ੋਰੀ ਕੱਢਣ ਦਾ ਯਤਨ ਕੀਤਾ ਹੈ, ਉੱਥੇ ਉਹਨਾਂ ਦੇ ਸਰੀਰਾਂ ਨੂੰ ਹੀ ਬਲਵਾਨ ਬਣਾਉਣ ਦਾ ਖਿਆਲ ਰੱਖਿਆ ਹੈ। ਉਹਨਾਂ ਤਬ ਤੱਕ ਦੇ ਮਾਰੇ ਹੋਏ ਬੰਦਿਆਂ ਨੂੰ ਅੰਮ੍ਰਿਤ ਛਕਾ ਕੇ ਜੰਗ ਨੂੰ ਨਹੀਂ ਸੀ ਤੋਰਿਆ, ਉਹਨਾਂ ਨੂੰ ਬਲ ਵਧਾਉਣ ਵਾਲੀਆਂ ਖੁਰਾਕਾਂ ਖਵਾ ਕੇ ਉਹਨਾਂ ਦੇ ਸਰੀਰਾਂ ਨੂੰ ਵੀ ਤਕੜਿਆਂ ਕੀਤਾ ਸੀ। ਵੈਦਿਕ ਦੀ ਕੋਈ ਕਿਤਾਬ ਪੜ੍ਹ ਕੇ ਵੇਖ ਲਓ, ਹਰ ਥਾਂ ਮਾਸ ਨੂੰ ਪੁਸ਼ਟੀਕਾਰਕ, ਸਰੀਰ ਨੂੰ ਮੋਟਾ ਕਰਨ ਵਾਲਾ, ਹੱਡੀਆਂ ਨੂੰ ਪੱਕੀਆਂ ਕਰਨ ਵਾਲਾ ਅਤੇ ਬਲ ਕਾਰਕ ਲਿਖਿਆ ਹੈ। ਇਹ ਗੱਲ ਨਿਰੀਪੁਰੀ ਗ੍ਰੰਥਾਂ ਦਾ ਸ਼ਿੰਗਾਰ ਹੀ ਨਹੀਂ, ਸਗੋਂ ਅਮਲੀ ਤੌਰ ਤੇ ਸਾਬਤ ਹੋ ਚੁੱਕੀ ਹੈ। ਭਾਈ ਸਾਹਿਬ ਦੇ ਪ੍ਰੇਮੀਆਂ ਨੂੰ ਇਹ ਗੱਲ ਸਹਿਜ ਸੁਭਾਅ ਹੀ ਮੰਨ ਲੈਣੀ ਚਾਹੀਦੀ ਹੈ, ਤਾਂ ਕਿ ਮੈਨੂੰ ਵੀ ਭਾਈ ਰਣਧੀਰ ਸਿੰਘ ਵਾਂਗੂ ਛਾਤੀ ਥਾਪੜ ਕੇ ਨਾ ਆਖਣਾ ਪਵੇ। ਉਸ ਵੇਲੇ ਅੰਨ ਨਾਲੋਂ ਦੁੱਧ, ਘਿਓ ਤੇ ਮਾਸ ਸਸਤਾ ਮਿਲ ਜਾਂਦਾ ਸੀ। ਜੰਗਲਾਂ ਦੀ ਬਹੁਲਤਾ ਦੇ ਕਾਰਨ ਲੱਖਾਂ ਦੀ ਗਿਣਤੀ ਵਿੱਚ ਰੋਜ਼ ਚੰਖਾਰ, ਹਰਨ, ਸੂਰ, ਸਹੇ, ਤਿੱਤਰ, ਪਟਿੱਟਰ ਤੇ ਬਟੇਰੇ ਆਦਿਕ ਸੁਖਾਲੇ ਹੀ ਮਿਲ ਜਾਂਦੇ ਸਨ। ਇਸ ਤਰ੍ਹਾਂ ਜਵਾਨਾਂ ਨੂੰ ਰਜਵਾਂ ਮਾਸ ਮਿਲਦਾ ਸੀ, ਜਿਸ ਨੂੰ ਖਾ ਕੇ ਉਹਨਾਂ ਦੇ ਕੱਦ ਵੱਡੇ ਹੋ ਜਾਂਦੇ ਸਨ ਤੇ ਸਰੀਰਾਂ ਵਿੱਚ ਬੇਅੰਤ ਬਲ ਪੈਦਾ ਹੋ ਜਾਂਦਾ ਸੀ, ਜਿਸ ਦੀ ਕਿਰਪਾ ਨਾਲ ਉਹ ਮਣ ਲੋਹਾ ਰਖਤ ਮਹਾਨੇ ਜੋਗੀ ਤਾਕਤ ਪ੍ਰਾਪਤ ਕਰਦੇ ਸਨ ਤੇ 20 ਸੇਰ ਦਾ ਖੰਡਾ ਵਾਹੁਣ ਵਾਲੇ ਬਾਬਾ ਰਾਮ ਸਿੰਘ ਬੇਦੀ ਵਰਗੇ ਸੂਰਮੇ ਪੈਦਾ ਹੋਏ ਸਨ। ਪਰ ਜੇ ਉਹ ਕਿਤੇ ਖੂਬ ਖਾਨਾ ਖਿਚੜੀ ਦੇ ਢਹੇ ਚੜ ਜਾਂਦੇ ਤਾਂ ਉਹਨਾਂ ਖੰਘ ਕੇ ਹੀ ਮਰ ਜਾਣਾ ਸੀ। ਮੁਗਲਾਂ ਤੇ ਪਠਾਣਾਂ ਵਿੱਚ ਸਾਰਾ ਬੱਕਰਾ ਖਾਣ ਵਾਲੇ ਯੋਧੇ ਮੌਜੂਦ ਸਨ। ਸਤਿਗੁਰਾਂ ਨੇ ਵੀ ਸਿੱਖਾਂ ਨੂੰ ਮੂੰਗੀ ਦੀ ਖਿਚੜੀ ਤੇ ਤੌੜੇ ਤੋਂ ਉਠਾ ਕੇ ਮਹਾਂਪ੍ਰਸਾਦ ਦੇ ਦੇਗਬਾਰਾਂ ਉੱਤੇ ਬਿਠਾ ਦਿੱਤਾ ਤੇ ਉਹ ਵੀ ਸਾਰਾ ਬੱਕਰਾ ਖਾਣ ਲੱਗ ਪਏ। ਭਾਈ ਸਾਹਿਬ ਨੇ ਕੁਝ ਐਸੀਆਂ ਕੌਮਾਂ ਦਾ ਜ਼ਿਕਰ ਕੀਤਾ ਹੈ ਜਿਹੜੀਆਂ ਮਾਸ ਖਾਂਦੀਆਂ ਹਨ। ਉਹਨਾਂ ਨੂੰ ਅੰਮ੍ਰਿਤਧਾਰੀ ਸਿੰਘਾਂ ਦੇ ਸਾਹਮਣੇ ਕਾਇਰ ਸਾਬਤ ਕੀਤਾ ਹੈ।
ਪਰ ਆਪ ਨੇ ਐਸਾ ਕੋਈ ਪ੍ਰਮਾਣ ਨਹੀਂ ਦਿੱਤਾ ਕਿ ਉਹਨਾਂ ਮਾਸ ਖਾਣ ਵਾਲੇ ਸਿਪਾਹੀਆਂ ਦਾ ਮੁਕਾਬਲਾ ਕਿਸੇ ਖਿਚੜੀ ਖਾਣ ਵਾਲੀ ਕੌਮ ਨੇ ਕੀਤਾ ਹੋਵੇ। ਸਿੱਖ ਉਹਨਾਂ ਉੱਤੇ ਇਸ ਵਾਸਤੇ ਗਾਲਬ ਆਏ ਕਿ ਜਿਹੜੀ ਸਰੀਰਕ ਸ਼ਕਤੀ ਉਹਨਾਂ ਵਿੱਚ ਮਾਸ ਖਾਣ ਨਾਲ ਪੈਦਾ ਹੋਈ, ਉਸ ਦਾ ਮੁਕਾਬਲਾ ਮਾਸ ਨਾਲ ਕੀਤਾ ਤੇ ਅੰਮ੍ਰਿਤ ਦੀ ਸ਼ਕਤੀ ਦਾ ਉਹਨਾਂ ਨਾਲੋਂ ਵਾਧਾ ਸੀ। ਜੇ ਸਰੀਰ ਵਿੱਚ ਬਲ ਨਾ ਹੋਵੇ ਤਾਂ ਕਮਜ਼ੋਰ ਆਦਮੀ ਨਿਰੇਪੁਰੇ ਅੰਮ੍ਰਿਤ ਦੇ ਜੋਸ਼ ਵਿੱਚ ਆ ਕੇ ਲੜਾਈ ਆਰੰਭ ਦੇਵੇ ਤਾਂ ਜ਼ਰੂਰ ਹਾਰ ਖਾਵੇਗਾ। ਬਾਬਾ ਜੱਸਾ ਸਿੰਘ ਆਹਲੂਵਾਲੀਆ ਦਸਮ ਪਿਤਾ ਜੀ ਦੇ ਬਹੁਤ ਨੇੜੇ ਦਾ ਸਿੱਖ ਸੀ। ਉਸ ਦੇ ਨਾਨਕੇ ਦਾਦਕੇ ਸਾਰੇ ਕਲਗੀਧਰ ਦੇ ਸਮੇਂ ਦੇ ਅੰਮ੍ਰਿਤਧਾਰੀ ਸਿੰਘ ਸਨ। ਆਪ ਗੁਰੂ ਜੀ ਦੇ ਮਹਿਲ ਮਾਤਾ ਸੁੰਦਰੀ ਜੀ ਪਾਸ ਦਿੱਲੀ ਰਹੇ ਸਨ। ਨਵਾਬ ਕਪੂਰ ਸਿੰਘ ਜੀ ਦੇ ਬਾਅਦ ਇਹਨਾਂ ਨੂੰ ਪੰਥ ਨੇ ਆਪਣਾ ਪਾਤਸ਼ਾਹ ਮੰਨਿਆ ਸੀ। ਵੱਡੇ ਘੱਲੂਘਾਰੇ ਵਿੱਚ ਇਹਨਾਂ ਦੀ ਛਾਤੀ ਉੱਤੇ 17 ਤਲਵਾਰ ਦੇ ਫੱਟ ਲੱਗੇ ਸਨ। ਜੱਸਾ ਸਿੰਘ ਵਿਨੋਦ ਨਾਮ ਦੇ ਗ੍ਰੰਥ ਜੋ ਕਿਸੇ ਸਮੇਂ ਕਪੂਰਥਲਾ ਦੀ ਸਟੇਟ ਲਾਇਬ੍ਰੇਰੀ ਵਿੱਚ ਹੁੰਦਾ ਸੀ ਤੇ ਲਿਖਤ ਵਿੱਚ ਸੀ, ਵਿੱਚ ਬਾਬਾ ਜੱਸਾ ਸਿੰਘ ਦੀ ਖੁਰਾਕ ਦਾ ਵੇਰਵਾ ਦੱਸਿਆ ਹੈ ਕਿ ਉਹ 1 ਸੇਰ ਘਿਓ ਤੇ 4 ਸੇਰ ਸ਼ੱਕਰ ਦਾ ਸ਼ਾਹ ਵੇਲਾ ਕਰਦੇ ਸਨ। 1 ਬੱਕਰਾ ਰੋਜ਼ ਖਾਂਦੇ ਸਨ ਤੇ 8 ਮਣ ਪੱਕਾ ਉਹਨਾਂ ਦਾ ਭਾਰ ਸੀ। ਬਾਬਾ ਸਭਾ ਸਿੰਘ ਬਾਬਾ ਆਲਾ ਸਿੰਘ ਪਟਿਆਲੇ ਦਾ ਭਰਾ ਸੀ। ਇਸ ਦਾ ਭਾਰ 15 ਮਣ ਕੱਚਾ ਕਿਹਾ ਜਾਂਦਾ ਹੈ। ਇਸ ਤਰ੍ਹਾਂ ਦੇ ਵੱਡੇ ਵੱਡੇ ਕੱਦਾਂ ਵਾਲੇ ਕਈ ਸਿੰਘ ਸੂਰਮੇ ਉਸ ਵੇਲੇ ਪੰਥ ਵਿੱਚ ਮੌਜੂਦ ਸਨ ਜੋ ਕਿ ਸਾਰਾ ਬੱਕਰਾ ਖਾ ਜਾਂਦੇ ਸਨ। ਸਰਦਾਰ ਬੁੱਧ ਸਿੰਘ ਸੰਧਾਵਾਲੀਆ ਇੱਕ ਪੂਰਾ ਬੱਕਰਾ ਜਾਂ 80 ਤਿੱਤਰ ਰੋਜ਼ ਖਾਂਦਾ ਸੀ। ਜਦ ਇਹ ਜੰਗ ਵਿੱਚ ਜਾਂਦਾ ਸੀ ਤਾਂ ਇਸ ਦੀ ਧੌਣ ਦੇ ਵਾਲ ਸੇਹ ਦੇ ਤਕਲਿਆਂ ਵਾਂਗ ਖੜੇ ਹੋ ਜਾਂਦੇ ਸਨ। ਇਸ ਸਰਦਾਰ ਦੇ ਸਰੀਰਕ ਬਲ ਦੇ ਮੁਤਲਕ ਇੱਕ ਵੇਰ ਪਰਲੋਕਵਾਸੀ ਸਰਦਾਰ ਅਮਰ ਸਿੰਘ ਜੀ ਝਬਾਲੀਏ ਨੇ ਮੇਰੇ ਨਾਲ ਗੱਲ ਕੀਤੀ ਸੀ ਕਿ ਅੰਗਰੇਜ਼ ਦੇ ਵੇਲੇ ਦੇ ਸਰਹੱਦੀ ਸੂਬੇ ਵਿੱਚ ਇੱਕ ਪੱਥਰ ਪਿਆ ਹੈ ਜਿਸ ਨੂੰ ਅੱਜ ਕੱਲ੍ਹ ਦੇ 40 ਆਦਮੀ ਉਠਾ ਸਕਦੇ ਹਨ, ਪਰ ਉਹ ਸਰਦਾਰ ਉਸ ਪੱਥਰ ਨੂੰ ਇਕੱਲਾ ਹੀ ਚੁੱਕ ਲੈਂਦਾ ਸੀ। ਅੰਗਰੇਜ਼ੀ ਲਿਖਾਰੀਆਂ ਨੇ ਸਿੱਖਾਂ ਦੇ ਕੱਦ ਤੇ ਬਲ ਦੀ ਇੱਥੋਂ ਤੱਕ ਵਡਿਆਈ ਕੀਤੀ ਹੈ ਕਿ ਜੇ ਉਹ ਵਲੈਤੀ ਘੋੜੇ ਨੂੰ ਲੱਤ ਮਾਰਨ ਤਾਂ ਉਹ ਮਰ ਜਾਵੇ। ਸਰੀਰਾਂ ਵਿੱਚ ਇਤਨਾ ਬਲ ਰੱਖਣ ਵਾਲੇ ਜਵਾਨ ਹੀ ਜੰਗਾਂ ਯੁੱਧਾਂ ਵਿੱਚ ਘਮਸਾਨ ਮਚਾ ਸਕਦੇ ਹਨ, ਪਰ ਇਤਨਾ ਬਲ ਰਜਵਾਂ ਮਾਸ ਤੇ ਘਿਓ ਦੁੱਧ ਦੇ ਖਾਦੇ ਪੀਤੇ ਬਿਨਾਂ ਪੈਦਾ ਨਹੀਂ ਹੋ ਸਕਦਾ। ਇਸੇ ਵਾਸਤੇ ਗੁਰੂ ਜੀ ਨੇ ਸਿੰਘਾਂ ਨੂੰ ਅੰਮ੍ਰਿਤ ਛਕਾ ਕੇ ਖਿਚੜੀ ਦੇ ਤੌੜਿਆਂ ਉੱਤੇ ਨਹੀਂ ਬਿਠਾਇਆ, ਕਿਉਂਕਿ ਇਹ ਤਾਂ ਵਿਚਾਰੀ ਸ਼ਰਲਾ ਪ੍ਰਧਾਨ ਹੀ ਹੈ। ਜੇ ਬੁੱਢਾ ਆਦਮੀ ਖਾ ਬਹੇ ਤਾਂ ਸਾਰੀ ਰਾਤ ਪਰੇਡ ਹੀ ਕਰਦਾ ਰਹੇ। ਇਸ ਨੂੰ ਖਾ ਕੇ ਜਵਾਨ ਸੁਆਹ ਬਣਨੇ ਹਨ। ਕਿਤਾਬ ਝਟਕਾ ਪ੍ਰਕਾਸ਼, ਲੇਖਕ ਗਿਆਨੀ ਨਰਿੰਜਨ ਸਿੰਘ ਸਰਲ, ਭਾਗ 7ਵਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।